ਹਰ ਚੋਣ ਆਪਣੇ ਆਪ ਵਿੱਚ ਇੱਕ ਕਹਾਣੀ ਹੁੰਦੀ ਹੈ। ਇਹ ਸਿਰਫ ਜਿੱਤ-ਹਾਰ ਜਾਂ ਅੰਕੜਿਆਂ ਦੀ ਖੇਡ ਨਹੀਂ ਹੁੰਦੀ। ਇਹ ਲੋਕਾਂ ਦੀਆਂ ਉਮੀਦਾਂ, ਉਹਨਾਂ ਦੀਆਂ ਨਿਰਾਸ਼ਾਵਾਂ ਤੇ ਉਹਨਾਂ ਦੇ ਸੁਪਨਿਆਂ ਦਾ ਸ਼ੀਸ਼ਾ ਹੁੰਦੀ ਹੈ। ਅੱਜ ਆਪਾਂ ਲੁਧਿਆਣਾ ਸੈਂਟਰਲ ਦੀ ਕਹਾਣੀ ਵਿੱਚ ਡੂੰਘਾਈ ਨਾਲ ਉਤਰਾਂਗੇ। ਇਹ ਇੱਕ ਹਾਰ ਦਾ ਵਿਸ਼ਲੇਸ਼ਣ ਤਾਂ ਹੈ, ਪਰ ਉਸ ਤੋਂ ਵੀ ਵੱਧ ਇਹ ਸਮਝਣ ਦੀ ਕੋਸ਼ਿਸ਼ ਹੈ ਕਿ ਲੋਕਾਂ ਦਾ ਵਿਸ਼ਵਾਸ ਕਿਵੇਂ ਜਿੱਤਿਆ ਜਾਂਦਾ ਹੈ ਅਤੇ ਕਿਵੇਂ ਗੁਆ ਲਿਆ ਜਾਂਦਾ ਹੈ। ਇਹ ਸਫ਼ਰ ਸਾਨੂੰ ਸਿਆਸਤ ਦੇ ਰੌਲੇ-ਰੱਪੇ ਤੋਂ ਪਰੇ ਸ਼ਾਸਨ ਦੇ ਅਸਲ ਮਕਸਦ ਤੱਕ ਲੈ ਕੇ ਜਾਵੇਗਾ। ਇਸ ਕਹਾਣੀ ਨੂੰ ਸਮਝਣ ਲਈ ਆਪਾਂ 5 ਕਦਮਾਂ ਵਿੱਚ ਅੱਗੇ ਵਧਾਂਗੇ। ਸਭ ਤੋਂ ਪਹਿਲਾਂ ਆਪਾਂ ਲੁਧਿਆਣਾ ਦੀ ਨਬਜ਼ ਨੂੰ ਮਹਿਸੂਸ ਕਰਾਂਗੇ। ਫਿਰ ਅੰਕੜਿਆਂ ਦੇ ਇਸ਼ਾਰਿਆਂ ਨੂੰ ਸਮਝਾਂਗੇ, ਹਾਰ ਦੇ ਅਸਲ ਕਾਰਨਾਂ ਦਾ ਵਿਸ਼ਲੇਸ਼ਣ ਕਰਾਂਗੇ, ਸ਼ਾਸਨ ਵੱਲ ਵਾਪਸੀ ਦਾ ਇੱਕ ਰੋਡਮੈਪ ਤਿਆਰ ਕਰਾਂਗੇ ਅਤੇ ਅਖੀਰ ਵਿੱਚ ਇੱਕ ਨਵੀਂ ਲੀਡਰਸ਼ਿਪ ਲਈ ਕੀ ਦ੍ਰਿਸ਼ਟੀ ਹੋਣੀ ਚਾਹੀਦੀ ਹੈ, ਉਸ ਤੇ ਵਿਚਾਰ ਕਰਾਂਗੇ। ਦੇਖੋ, ਸਿਆਸਤ ਦੀ ਅਸਲ ਕਹਾਣੀ ਵੱਡੇ-ਵੱਡੇ ਦਫ਼ਤਰਾਂ ਜਾਂ ਡਾਟਾ ਸ਼ੀਟਾਂ ਵਿੱਚ ਨਹੀਂ ਲਿਖੀ ਜਾਂਦੀ। ਇਹ ਤਾਂ ਗਲੀਆਂ, ਮੁਹੱਲਿਆਂ ਤੇ ਘਰਾਂ ਵਿੱਚ ਹੁੰਦੀ ਹੈ। ਇਸ ਲਈ ਕਿਸੇ ਵੀ ਵਿਸ਼ਲੇਸ਼ਣ ਤੋਂ ਪਹਿਲਾਂ ਆਓ ਲੁਧਿਆਣਾ ਸੈਂਟਰਲ ਦੇ ਲੋਕਾਂ ਦੀ ਆਵਾਜ਼ ਸੁਣੀਏ, ਕਿਉਂਕਿ ਹਰ ਇੱਕ ਵੋਟ ਪਿੱਛੇ ਇੱਕ ਜ਼ਿੰਦਗੀ ਹੈ, ਇੱਕ ਉਮੀਦ ਹੈ ਜਾਂ ਸ਼ਾਇਦ ਇੱਕ ਟੁੱਟਿਆ ਹੋਇਆ ਵਾਅਦਾ ਹੈ। ਇਹ ਹੈ ਸਾਡਾ ਮੈਦਾਨ-ਏ-ਜੰਗ, ਲੁਧਿਆਣਾ ਸੈਂਟਰਲ, ਪੰਜਾਬ ਦੇ ਬਿਲਕੁਲ ਦਿਲ ਵਿੱਚ ਵਸਿਆ ਇੱਕ ਸ਼ਹਿਰੀ ਹਲਕਾ। ਇਹ ਕਦੇ ਕਾਂਗਰਸ ਦਾ ਇੱਕ ਅਜਿਹਾ ਕਿਲਾ ਮੰਨਿਆ ਜਾਂਦਾ ਸੀ ਜਿਸ ਨੂੰ ਕੋਈ ਜਿੱਤ ਨਹੀਂ ਸਕਦਾ ਸੀ, ਪਰ 2022 ਵਿੱਚ ਇਸ ਕਿਲੇ ਦੀਆਂ ਕੰਧਾਂ ਢਹਿ ਗਈਆਂ। ਇਹ ਹਲਕਾ ਸਿਰਫ ਇੱਕ ਸੀਟ ਨਹੀਂ, ਸਗੋਂ ਪੰਜਾਬ ਦੇ ਬਦਲਦੇ ਸ਼ਹਿਰੀ ਮੂਡ ਦਾ ਇੱਕ ਬੈਰੋਮੀਟਰ ਹੈ। ਜਦੋਂ ਤੁਸੀਂ ਜ਼ਮੀਨ ਤੇ ਉਤਰ ਕੇ ਲੋਕਾਂ ਦੀ ਗੱਲ ਸੁਣਦੇ ਹੋ, ਖਾਸ ਕਰਕੇ ਘਾਟੀ, ਸਲਮ ਅਤੇ ਹਰਗੋਬਿੰਦ ਨਗਰ ਵਰਗੇ ਇਲਾਕਿਆਂ ਵਿੱਚ, ਤਾਂ ਗੱਲਬਾਤ ਵੱਡੀਆਂ-ਵੱਡੀਆਂ ਵਿਚਾਰਧਾਰਾਵਾਂ ਬਾਰੇ ਨਹੀਂ ਹੁੰਦੀ। ਗੱਲ ਹੁੰਦੀ ਹੈ ਬੁਨਿਆਦੀ ਲੋੜਾਂ ਦੀ, ਰੋਜ਼ਾਨਾ ਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਦੀ। ਇਹ ਉਹ ਮੁੱਦੇ ਨੇ ਜਿਹੜੇ ਹਰ ਰੋਜ਼, ਹਰ ਪਲ ਲੋਕਾਂ ਦੀ ਜ਼ਿੰਦਗੀ ਤੇ ਸਿੱਧਾ ਅਸਰ ਪਾਉਂਦੇ ਨੇ। ਟੁੱਟੀਆਂ ਹੋਈਆਂ ਸੜਕਾਂ, ਗੰਦਾ ਪਾਣੀ, ਬੇਰੁਜ਼ਗਾਰੀ ਤੇ ਮਹਿੰਗਾਈ ਦੀ ਮਾਰ ਅਤੇ ਨਸ਼ਿਆਂ ਦੀ ਲਾਹਨਤ, ਇਹ ਮੁੱਦੇ ਹਰ ਚੋਣ ਦੀ ਨੀਂਹ ਬਣਦੇ ਨੇ। ਪਰ ਇਹ ਸਿਰਫ ਸਹੂਲਤਾਂ ਦੀ ਘਾਟ ਨਹੀਂ, ਇਹ ਸਨਮਾਨ ਦੀ ਘਾਟ ਹੈ। ਸਾਡਾ ਸੰਵਿਧਾਨ ਹਰ ਨਾਗਰਿਕ ਨੂੰ ਇੱਕ ਸਨਮਾਨਜਨਕ ਜੀਵਨ ਜਿਉਣ ਦਾ ਹੱਕ ਦਿੰਦਾ ਹੈ, ਅਤੇ ਜਦੋਂ ਬੁਨਿਆਦੀ ਸੇਵਾਵਾਂ ਹੀ ਫੇਲ ਹੋ ਜਾਂਦੀਆਂ ਹਨ ਤਾਂ ਇਹ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਦੀਆਂ ਹਨ ਅਤੇ ਇੱਕ ਵੱਡੇ ਬਦਲਾਅ ਲਈ ਜ਼ਮੀਨ ਤਿਆਰ ਕਰਦੀਆਂ ਹਨ। ਚਲੋ, ਹੁਣ ਇਹਨਾਂ ਜ਼ਮੀਨੀ ਹਕੀਕਤਾਂ ਨੂੰ, ਇਹਨਾਂ ਜਜ਼ਬਾਤਾਂ ਨੂੰ ਅੰਕੜਿਆਂ ਦੀ ਕਸੌਟੀ ਤੇ ਪਰਖੀਏ। ਦੇਖੀਏ ਕਿ ਲੋਕਾਂ ਦੀਆਂ ਭਾਵਨਾਵਾਂ ਵੋਟਿੰਗ ਦੇ ਪੈਟਰਨ ਵਿੱਚ ਕਿਵੇਂ ਝਲਕਦੀਆਂ ਨੇ, ਕਿਉਂਕਿ ਹਰ ਇੱਕ ਅੰਕੜਾ ਆਪਣੇ ਆਪ ਵਿੱਚ ਇੱਕ ਆਵਾਜ਼ ਹੁੰਦੀ ਹੈ। ਬਸ ਸ਼ਰਤ ਇਹ ਹੈ ਕਿ ਅਸੀਂ ਧਿਆਨ ਨਾਲ ਸੁਣੀਏ। 61.91% ਇਹ 2022 ਦੀ ਵੋਟਰ ਮਤਦਾਨ ਸੀ। 2012 ਦੇ ਮੁਕਾਬਲੇ 10% ਤੋਂ ਵੀ ਵੱਧ ਦੀ ਗਿਰਾਵਟ। ਇਹ ਸਿਰਫ ਇੱਕ ਅੰਕੜਾ ਨਹੀਂ, ਇਹ ਇੱਕ ਚੁੱਪ-ਚੀਕ ਹੈ। ਇਹ ਲੋਕਾਂ ਦੀ ਵੱਧਦੀ ਉਦਾਸੀਨਤਾ ਜਾਂ ਫਿਰ ਡੂੰਘੀ ਨਿਰਾਸ਼ਾ ਦਾ ਇੱਕ ਸਾਫ਼ ਸੰਕੇਤ ਹੈ। ਜਦੋਂ ਲੋਕ ਵੋਟ ਪਾਉਣ ਲਈ ਘਰੋਂ ਹੀ ਨਹੀਂ ਨਿਕਲਦੇ ਤਾਂ ਇਹ ਪੂਰੇ ਸਿਸਟਮ ਲਈ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਹੁੰਦੀ ਹੈ। ਅਤੇ ਨਤੀਜਿਆਂ ਨੇ ਇਸ ਬਦਲਾਵ ਤੇ ਮੋਹਰ ਲਾ ਦਿੱਤੀ। ਇਹ ਕੋਈ ਦੋ-ਪੱਖੀ ਮੁਕਾਬਲਾ ਨਹੀਂ ਸੀ, ਇਹ ਇੱਕ ਤਿੰਨ-ਕੋਣੀ, ਬਿਲਕੁਲ ਖੰਡਿਤ ਲੜਾਈ ਸੀ, ਜਿੱਥੇ ਜਿੱਤ ਦਾ ਫਰਕ ਬਹੁਤ ਮਾਮੂਲੀ ਸੀ ਅਤੇ ਉਸ ਵੇਲੇ ਦੀ ਸੱਤਾਧਾਰੀ ਕਾਂਗਰਸ ਤੀਜੇ ਸਥਾਨ ਤੇ ਖਿਸਕ ਗਈ ਸੀ। ਇਸ ਦਾ ਮਤਲਬ ਸਿਆਸੀ ਜ਼ਮੀਨ ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਇਸ ਗਿਰਾਵਟ ਦੀ ਰਫ਼ਤਾਰ ਸੀ। ਜ਼ਰਾ ਸੋਚੋ, ਸਿਰਫ 5 ਸਾਲਾਂ ਵਿੱਚ ਵੋਟ ਸ਼ੇਅਰ ਵਿੱਚ ਲਗਭਗ 20 ਪੁਆਇੰਟ ਦੀ ਕਮੀ। ਇਹ ਸਾਨੂੰ ਦੱਸਦਾ ਹੈ ਕਿ ਸਿਆਸੀ ਪੂੰਜੀ ਕਿੰਨੀ ਤੇਜ਼ੀ ਨਾਲ ਖਤਮ ਹੋ ਸਕਦੀ ਹੈ ਜਦੋਂ ਲੋਕਾਂ ਦਾ ਵਿਸ਼ਵਾਸ ਟੁੱਟਦਾ ਹੈ। ਇਸ ਲਈ ਸਭ ਤੋਂ ਮਹੱਤਵਪੂਰਨ ਨੁਕਤਾ ਇਹ ਹੈ, ਇੱਕ ਭਰੋਸੇਯੋਗ ਜਿੱਤ ਵਾਲਾ ਕਿਲਾ ਹੁਣ ਇੱਕ ਬਹੁਤ ਹੀ ਅਸਥਿਰ ਅਤੇ ਖੰਡਿਤ ਚੋਣ ਮਾਹੌਲ ਵਿੱਚ ਬਦਲ ਚੁੱਕਾ ਸੀ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਵੱਡਾ ਬਦਲਾਵ ਕਿਉਂ ਅਤੇ ਕਿਵੇਂ ਹੋਇਆ। ਤਾਂ ਸਵਾਲ ਇਹ ਹੈ ਕਿ ਇਹ ਹੋਇਆ ਕਿਉਂ? ਇਸ ਦਾ ਜਵਾਬ ਕਿਸੇ ਇੱਕ ਵਿਅਕਤੀ ਨੂੰ ਦੋਸ਼ ਦੇਣ ਵਿੱਚ ਨਹੀਂ ਹੈ, ਸਗੋਂ ਉਹਨਾਂ ਸਿਸਟਮਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਹੈ, ਭਾਵੇਂ ਉਹ ਅੰਦਰੂਨੀ ਹੋਣ ਜਾਂ ਬਾਹਰੀ, ਜਿਨ੍ਹਾਂ ਨੇ ਇਸ ਨਤੀਜੇ ਨੂੰ ਜਨਮ ਦਿੱਤਾ। ਸਿਆਸਤ ਵਿੱਚ ਹਾਰ ਕਦੇ ਵੀ ਇੱਕ ਕਾਰਨ ਕਰਕੇ ਨਹੀਂ ਹੁੰਦੀ, ਇਹ ਕਈ ਕਮਜ਼ੋਰੀਆਂ ਦਾ ਇਕੱਠਾ ਨਤੀਜਾ ਹੁੰਦੀ ਹੈ। ਜਦੋਂ ਅਸੀਂ ਪਾਰਟੀ ਦੇ ਅੰਦਰ ਝਾਤੀ ਮਾਰਦੇ ਹਾਂ ਤਾਂ ਇੱਕ ਮਿਲੀ-ਜੁਲੀ ਤਸਵੀਰ ਸਾਹਮਣੇ ਆਉਂਦੀ ਹੈ। ਬੁਨਿਆਦ ਤਾਂ ਮਜ਼ਬੂਤ ਹੈ, ਇੱਕ ਸਥਾਪਿਤ ਨੈਟਵਰਕ ਹੈ, ਜਾਣਿਆ-ਪਛਾਣਿਆ ਚਿਹਰਾ ਹੈ, ਪਰ ਇਮਾਰਤ ਵਿੱਚ ਕਈ ਤਰੇੜਾਂ ਵੀ ਹਨ। ਗਤੀ ਦੀ ਕਮੀ, ਆਧੁਨਿਕ ਪਹੁੰਚ ਦੀ ਅਣਹੋਂਦ ਅਤੇ ਬਾਹਰ ਇੱਕ ਬਹੁਤ ਹੀ ਚੁਣੌਤੀਪੂਰਨ ਮਾਹੌਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਇਹਨਾਂ ਅੰਦਰੂਨੀ ਕਮਜ਼ੋਰੀਆਂ ਦੇ ਨਾਲ-ਨਾਲ ਬਾਹਰੀ ਤਾਕਤਾਂ ਨੇ ਇੱਕ ਸੰਪੂਰਨ ਤੂਫਾਨ ਬਣਾ ਦਿੱਤਾ। ਪੰਜਾਬ ਵਿੱਚ ਸੱਤਾ ਵਿਰੋਧੀ ਲਹਿਰ, ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਮਾਰ ਅਤੇ ਬਿਹਤਰ ਸਹੂਲਤਾਂ ਦੀ ਵੱਧਦੀ ਹੋਈ ਮੰਗ।
ਦੇਖੋ, ਜਦੋਂ ਲੋਕਾਂ ਦੀ ਜੇਬ ਖਾਲੀ ਹੁੰਦੀ ਹੈ ਅਤੇ ਘਰ ਵਿੱਚ ਪਾਣੀ ਸਾਫ਼ ਨਹੀਂ ਆਉਂਦਾ ਤਾਂ ਉਹ ਬਦਲਾਅ ਚਾਹੁੰਦੇ ਹਨ। ਇਹ ਮੁਲਾਂਕਣ ਸਮੱਸਿਆ ਦੀ ਬਿਲਕੁਲ ਜੜ ਵੱਲ ਇਸ਼ਾਰਾ ਕਰਦਾ ਹੈ। ਸੰਗਠਨਾਤਮਕ ਢਾਂਚੇ ਵਿੱਚ ਇੱਕ ਵੱਡੀ ਟੁੱਟ-ਭੱਜ। ਪਾਰਟੀ ਦੀ ਮਸ਼ੀਨਰੀ, ਜੋ ਕਿ ਜ਼ਮੀਨੀ ਪੱਧਰ ਤੇ ਕੰਮ ਕਰਦੀ ਹੈ, ਕਮਜ਼ੋਰ ਹੋ ਚੁੱਕੀ ਸੀ। ਸਥਾਨਕ ਜਾਣਕਾਰੀ ਇਕੱਠੀ ਕਰਨ ਤੋਂ ਲੈ ਕੇ ਚੋਣ ਵਾਲੇ ਦਿਨ ਵੋਟਰਾਂ ਨੂੰ ਘਰੋਂ ਕੱਢਣ ਤੱਕ ਹਰ ਕੜੀ ਬਹੁਤ ਕਮਜ਼ੋਰ ਹੋ ਗਈ ਸੀ। ਠੀਕ ਹੈ, ਬਿਮਾਰੀ ਦਾ ਤਾਂ ਪਤਾ ਲੱਗ ਗਿਆ, ਪਰ ਇੱਕ ਨਿਦਾਨ ਬਿਨਾਂ ਇਲਾਜ ਦੇ ਬੇਕਾਰ ਹੈ। ਆਓ ਹੁਣ ਬਲੂਪ੍ਰਿੰਟ ਵੱਲ ਵਧੀਏ ਅਤੇ ਵੇਖੀਏ ਕਿ ਕਿਵੇਂ ਇੱਕ ਡੇਟਾ ਆਧਾਰਿਤ ਰਣਨੀਤੀ ਸ਼ਾਸਨ ਵੱਲ ਵਾਪਸੀ ਦਾ ਰਾਹ ਪੱਧਰਾ ਕਰ ਸਕਦੀ ਹੈ। ਇਹ ਸਿਰਫ ਜਿੱਤਣ ਬਾਰੇ ਨਹੀਂ ਹੈ, ਇਹ ਲੋਕਾਂ ਦੇ ਵਿਸ਼ਵਾਸ ਨੂੰ ਮੁੜ ਤੋਂ ਬਣਾਉਣ ਬਾਰੇ ਹੈ। ਇਹ ਸਿਰਫ ਇੱਕ ਚੋਣ ਮੁਹਿੰਮ ਦੀ ਯੋਜਨਾ ਨਹੀਂ ਹੈ, ਇਹ ਜ਼ਮੀਨੀ ਪੱਧਰ ਤੋਂ ਵਿਸ਼ਵਾਸ ਨੂੰ ਮੁੜ ਬਣਾਉਣ ਲਈ ਇੱਕ ਯੋਜਨਾਬੱਧ ਪੌੜੀ ਹੈ। ਇਹ ਡੂੰਗੀ ਸੁਣਵਾਈ ਨਾਲ ਸ਼ੁਰੂ ਹੁੰਦੀ ਹੈ, ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਜਾਂਦਾ ਹੈ, ਅਤੇ ਇੱਕ ਉੱਚ ਤੀਵਰਤਾ ਵਾਲੀ ਸ਼ਮੂਲੀਅਤ ਨਾਲ ਖਤਮ ਹੁੰਦੀ ਹੈ, ਜਿੱਥੇ ਹਰ ਇੱਕ ਵੋਟਰ ਤੱਕ ਪਹੁੰਚ ਕੀਤੀ ਜਾਂਦੀ ਹੈ। ਇੱਥੇ ਸਭ ਤੋਂ ਮਹੱਤਵਪੂਰਨ ਸਬਕ ਇਹ ਹੈ ਕਿ ਤਕਨਾਲੋਜੀ ਅਤੇ ਰਣਨੀਤੀ ਸਿਰਫ ਔਜ਼ਾਰ ਹਨ। ਅਸਲ ਜਿੱਤਾਂ ਲੋਕਾਂ ਦੁਆਰਾ ਜ਼ਮੀਨ ਤੇ ਇੱਕ ਦੂਜੇ ਦੀ ਗੱਲ ਸੁਣ ਕੇ ਹੀ ਹਾਸਲ ਹੁੰਦੀ ਹੈ। ਇਸ ਦਾ ਮਤਲਬ ਹੈ ਹਰ ਬੂਥ ਤੇ ਕਾਰਕੁਨਾਂ ਨੂੰ ਮੁੜ ਊਰਜਾਵਾਨ ਕਰਨਾ। ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਲਈ ਸਹਿਮਤੀ ਅਤੇ ਨਿਜਤਾ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ, ਜਿਵੇਂ ਕਿ ਸਾਡੇ ਦੇਸ਼ ਦਾ ਕਾਨੂੰਨ ਵੀ ਕਹਿੰਦਾ ਹੈ। ਇਸ ਸਾਰੀ ਕਵਾਇਦ ਦਾ ਅੰਤਿਮ ਟੀਚਾ ਸਿਰਫ ਇੱਕ ਚੋਣ ਜਿੱਤਣਾ ਨਹੀਂ ਹੈ, ਸਗੋਂ ਪ੍ਰਭਾਵਸ਼ਾਲੀ ਲੋਕ ਕੇਂਦਰਿਤ ਸ਼ਾਸਨ ਲਈ ਇੱਕ ਮਜ਼ਬੂਤ ਨੀਂਹ ਬਣਾਉਣਾ ਹੈ। ਇੱਕ ਐਜੀ ਲੀਡਰਸ਼ਿਪ ਜੋ ਸਿਰਫ ਵਾਅਦਿਆਂ ਤੋਂ ਅੱਗੇ ਵਧ ਕੇ ਨਤੀਜੇ ਦੇਵੇ ਅਤੇ ਲੋਕਾਂ ਦੀ ਜ਼ਿੰਦਗੀ ਵਿੱਚ ਇੱਕ ਸਕਾਰਾਤਮਕ ਬਦਲਾਵ ਲਿਆਵੇ। ਇਹ TWI ਮਾਡਲ ਸਾਨੂੰ ਸਹੀ ਸਵਾਲ ਪੁੱਛਣ ਲਈ ਮਜਬੂਰ ਕਰਦਾ ਹੈ। ਪਹਿਲਾ, T ਯਾਨੀ ਟਰਸਟ, ਕਿ ਨੇਤਾ ਤੇ ਭਰੋਸਾ ਕੀਤਾ ਜਾ ਸਕਦਾ ਹੈ। ਦੂਜਾ, W ਯਾਨੀ ਵਰਕ, ਕਿ ਉਹ ਸੜਕਾਂ ਅਤੇ ਪਾਣੀ ਵਰਗੀਆਂ ਸਥਾਨਕ ਸਮੱਸਿਆਵਾਂ ਲਈ ਠੋਸ ਹੱਲ ਪੇਸ਼ ਕਰ ਸਕਦਾ ਹੈ। ਅਤੇ ਤੀਜਾ, I ਯਾਨੀ ਇਨਫਲੂਐਂਸ, ਕਿ ਉਸ ਕੋਲ ਲੋਕਾਂ ਦੀ ਸੇਵਾ ਕਰਨ ਲਈ ਲੋੜੀਂਦਾ ਪ੍ਰਭਾਵ ਅਤੇ ਸਮਰੱਥਾ ਹੈ। ਇਸ ਲਈ ਸਭ ਤੋਂ ਵੱਡਾ ਸਬਕ ਇਹ ਹੈ, ਡੇਟਾ ਨੂੰ ਸਮਝਣਾ ਲੋਕਾਂ ਨੂੰ ਗੁੰਮਰਾਹ ਕਰਨ ਬਾਰੇ ਨਹੀਂ ਹੈ। ਇਹ ਇੱਕ ਅਜਿਹਾ ਸਿਸਟਮ ਬਣਾਉਣ ਬਾਰੇ ਹੈ ਜੋ ਵੋਟਰਾਂ ਦੀਆਂ ਲੋੜਾਂ ਨੂੰ ਸਿੱਧਾ ਸ਼ਾਸਨ ਦੀਆਂ ਕਾਰਵਾਈਆਂ ਨਾਲ ਜੋੜਦਾ ਹੈ। ਇਹ ਜਨਤਾ ਅਤੇ ਸਰਕਾਰ ਵਿਚਕਾਰ ਇੱਕ ਪੁਲ ਬਣਾਉਣ ਦੀ ਕਲਾ ਹੈ। ਇਹ ਸਾਨੂੰ ਇੱਕ ਅੰਤਿਮ ਵਿਚਾਰ ਨਾਲ ਛੱਡ ਜਾਂਦਾ ਹੈ। ਸਿਆਸੀ ਸ਼ੋਰ-ਸ਼ਰਾਬੇ ਦੇ ਇਸ ਦੌਰ ਵਿੱਚ ਸ਼ਾਇਦ ਸਭ ਤੋਂ ਸ਼ਕਤੀਸ਼ਾਲੀ ਰਣਨੀਤੀ ਇੱਕ ਸਪਸ਼ਟ, ਕਾਰਜਸ਼ੀਲ ਯੋਜਨਾ ਹੈ ਜੋ ਨਾਗਰਿਕ ਦੀ ਆਵਾਜ਼ ਨੂੰ ਸਿਸਟਮ ਦੇ ਬਿਲਕੁਲ ਕੇਂਦਰ ਵਿੱਚ ਰੱਖਦੀ ਹੈ। ਜੇਕਰ ਤੁਸੀਂ ਇੱਕ ਲੋਕ-ਕੇਂਦਰਿਤ ਆਗੂ ਬਣਨਾ ਚਾਹੁੰਦੇ ਹੋ ਅਤੇ ਆਪਣੇ ਹਲਕੇ ਨੂੰ ਉੱਚਾ ਚੁੱਕਣਾ ਚਾਹੁੰਦੇ ਹੋ, ਤਾਂ blueprintstrategies.ai ਨਾਲ mgr@blueprintstrategies.ai ਤੇ ਸੰਪਰਕ ਕਰੋ ਜਾਂ 0800 420 4102 ਤੇ ਕਾਲ ਕਰੋ। ਰਾਜਨੀਤੀ ਤੋਂ ਪਰੇ ਇੱਕ ਉਦੇਸ਼।